ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ 50। ਨਿਰਾ ਲਾਹੌਰ ਹੀ ਨਹੀਂ ਬਲਕਿ ਸਾਰਾ ਪੰਜਾਬ ਇੰਨੀ ਦਿਨੀ ਜਵਾਲਾਮੁਖੀ ਬਣਿਆ ਹੋਇਆ ਸੀ। ਪੰਜਾਬ ਦਾ ਨੌਜਵਾਨ ਤੇ ਪੜ੍ਹਿਆ ਲਿਖਿਆ ਤਬਕਾ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਬਗਾਵਤ ਦਾ ਝੰਡਾ ਫੜੀ ਮੈਦਾਨ ਵਿੱਚ ਉਤਰ ਆਇਆ ਸੀ, ਜਿਸ ਦੀ ਲੀਡਰਸ਼ਿਪ ਸੀ ਪਿੰਡ ਬੰਗਾ, ਜ਼ਿਲ੍ਹਾ ਜਲੰਧਰ ਦੇ ਇੱਕ ਗੱਭਰੂ ਭਗਤ ਸਿੰਘ ਦੇ ਹੱਥ ਵਿੱਚ। ਇੱਕ ਲੰਮੇ ਸਮੇਂ ਤੋਂ ਦੇਸ਼ ਦੇ ਲਗਭਗ ਹਰ ਇੱਕ ਹਿੱਸੇ ਵਿੱਚ ਕਿਸੇ ਨਾ ਕਿਸੇ ਸ਼ਕਲ ਵਿੱਚ ਕ੍ਰਾਂਤੀਕਾਰੀ ਅੰਸਰ ਸਰਗਰਮ ਸਨ, ਜਿਸ ਦੀ ਮੁੱਢਲੀ ਦਾਗਬੇਲ ਰੱਖੀ ਸੀ ਸਨ 1914-15 ਦੇ ਗਦਰ ਅੰਦੋਲਨ ਨੇ। ਇਹ ਅੰਦੋਲਨ ਭਾਵੇਂ ਅੰਗਰੇਜ਼ੀ ਕੂਟਨੀਤੀ ਤੇ ਦੇਸੀ ਗੱਦਾਰਾਂ ਦੁਆਰਾ ਕੁਚਲ ਦਿੱਤਾ ਗਿਆ ਸੀ, ਪਰ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸਦੇ ਸਾਥੀਆਂ ਦੀ ਸ਼ਹੀਦੀ ਬਿਰਥਾ ਜਾਣ ਵਾਲੀ ਨਹੀਂ ਸੀ। ਇਸ ਵਿੱਚ ਸੰਦੇਹ ਨਹੀਂ ਕਿ ਭਾਰਤੀ ਜਨਤਾ ਦੀ ਬਹੁਤ ਸੰਮਤੀ ਕ੍ਰਾਂਤੀਕਾਰੀ ਅੰਦੋਲਨ ਉੱਤੇ ਵਿਸ਼ਵਾਸ ਨਹੀਂ ਸੀ ਰੱਖਦੀ, ਖਾਸ ਕਰਕੇ ਜਦ ਤੋਂ ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਦੀ ਮੁਹਿੰਮ ਜਾਰੀ ਕੀਤੀ। ਪਰ ਇਹ ਤਾਂ ਹਰ ਕੋਈ ਜਾਣਦਾ ਸੀ ਕਿਤਨੀ ਦਲੇਰੀ ਤੇ ਜਮਾਂ ਮਰਦੀ ਨਾਲ ਕ੍ਰਾਂਤੀਕਾਰੀ ਸੂਰਬੀਰਾਂ ਨੇ ਹੱਸਦਿਆਂ ਹੱਸਦਿਆਂ ਮੌਤ ਨੂੰ ਜੱਫੀਆਂ ਪਾਈਆਂ ਸਨ, ਜਿਸ ਕਰਕੇ ਗਦਰ ਅੰਦੋਲਨ ਦੀ ਕਸ਼ਟਕਾਰੀ ਯਾਦ ਲੋਕ ਦਿਲਾਂ ਵਿੱਚ ਕਸਕਾ ਮਾਰਦੀ ਚਲੀ ਆ ਰਹੀ ਸੀ। ਗਦਰੀ ਮੁਹਿੰਮ ਫੇਲ ਹੋ ਜਾਣ ਤੋਂ ਬਾਅਦ ਅੰਗਰੇਜ਼ੀ ਸਾਮਰਾਜ ਦੇ ਜ਼ੁਲਮਾਂ ਦੀ ਪੀੜ ਅੰਦਰੇ ਅੰਦਰ ਭਾਰਤੀ ਨੌਜਵਾਨਾਂ ਦੇ ਸੀਨਿਆਂ ਵਿੱਚ ਉਬਲਦੀ ਚਲੀ ਆ ਰਹੀ ਸੀ, ਜਿਹੜੀ ਤਕਰੀਬਨ 10 ਵਰ੍ਹੇ ਬਾਅਦ ਇੱਕ ਵਾਰੀ ਫਿਰ ਭਬਾਕਾ ਮਾਰ ਉੱਠੀ ਜਦੋਂ ਸਨ 1925-26 ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਨਵੇਂ ਸਿਰੇ ਬਗਾਵਤ ਦਾ ਝੰਡਾ ਬੁਲੰਦ ਕੀਤਾ। ਇਹ ਲਗਭਗ ਉਹ ਜ਼ਮਾਨਾ ਸੀ ਜਦੋਂ ਭਾਰਤੀ ਜਨਤਾ ਦੀ ਕਿਸਮਤ ਦਾ ਫੈਸਲਾ ਕਰਨ ਲਈ ਸਾਈਮਨ ਕਮਿਸ਼ਨ ਨਾਂ ਦੀ ਇੱਕ ਗੋਰੀ ਪਾਰਟੀ ਸਨ 1928 ਵਿੱਚ ਸਾਡੇ ਦੇਸ਼ ਪਧਾਰੀ। ਕਿਉਂਕਿ ਉਸ ਕਮਿਸ਼ਨ ਵਿੱਚ ਕਿਸੇ ਇੱਕ ਵੀ ਭਾਰਤੀ ਨੂੰ ਨਹੀਂ ਸੀ ਲਿਆ ਗਿਆ, ਜਿਸ ਕਰਕੇ ਸਾਰੇ ਦੇਸ਼ ਨੇ ਇੱਕ ਜ਼ਬਾਨ ਹੋ ਕੇ ਉਸ ਦਾ ਬਾਈਕਾਟ ਕੀਤਾ। ਜਿਸ ਸ਼ਹਿਰ ਵਿੱਚ ਵੀ ਕਮਿਸ਼ਨ ਪੁੱਜਾ, ਕਾਲੀਆਂ ਝੰਡੀਆਂ ਤੇ ਸਾਈਮਨ ਗੋ ਬੈਕ ਦੇ ਨਾਅਰਿਆਂ ਨੇ ਉਸ ਦਾ ਸਵਾਗਤ ਕੀਤਾ। ਦੂਸਰੇ ਸੂਬਿਆਂ ਦਾ ਦੌਰਾ ਖਤਮ ਕਰਕੇ ਜਦ ਕਮਿਸ਼ਨ ਪੰਜਾਬ ਦੀ ਰਾਜਧਾਨੀ ਲਾਹੌਰ ਪੁੱਜਾ ਤਾਂ ਇੱਥੋਂ ਦੇ ਵਿਰੋਧੀ ਅੰਦੋਲਨ ਨੇ ਪਿਛਲਾ ਸਾਰਾ ਰਿਕਾਰਡ ਤੋੜ ਦਿੱਤਾ। ਲਾਹੌਰ ਵਿੱਚ ਹੋਏ ਮੁਜ਼ਾਹਰੇ ਦੀ ਅਗਵਾਈ ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਕਰ ਰਹੇ ਸਨ। ਲਾਹੌਰ ਸ਼ਹਿਰ ਵਿੱਚ ਇਹ ਇੱਕ ਰਿਕਾਰਡ ਤੋੜ ਜਲੂਸ ਸੀ, ਜਿਸ ਦੀ ਮਿਸਾਲ ਢੂੰਡਿਆਂ ਵੀ ਨਹੀਂ ਸੀ ਮਿਲਦੀ। ਜਨਤਾ ਦਾ ਬੇਪਨਾਹ ਜੋਸ਼ ਵੇਖ ਕੇ ਅੰਗਰੇਜ਼ੀ ਹਕੂਮਤ ਤਲਮਲਾ ਉੱਠੀ। ਜਲੂਸ ਨੂੰ ਖਿਡਾਉਣ ਲਈ ਮੇਜਰ ਸਕਾਟ ਦੇ ਹੁਕਮ ਨਾਲ ਬੇਤਹਾਸ਼ਾ ਲਾਠੀ ਚਾਰਜ ਕੀਤਾ ਗਿਆ, ਜਿਸ ਦੇ ਫਲਰੂਪ ਲਾਲਾ ਲਾਜਪਤ ਰਾਏ ਸਖਤ ਫੱਟੜ ਹੋਏ ਤੇ ਮਗਰੋਂ ਸ਼ਹੀਦ ਹੋ ਗਏ। ਅੰਗਰੇਜ਼ਾਂ ਦੇ ਵਿਰੁੱਧ ਪਹਿਲਾਂ ਹੀ ਜੋਸ਼ ਦੀ ਅੱਗ ਭੜਕੀ ਹੋਈ ਸੀ ਤੇ ਇਸ ਵਿੱਚ ਜੇ ਕੋਈ ਕਮੀ ਸੀ ਤਾਂ ਉਹ ਲਾਲਾ ਜੀ ਦੀ ਮੌਤ ਨੇ ਪੂਰੀ ਕਰ ਦਿੱਤੀ। ਇਹਨਾਂ ਦਿਨਾਂ ਵਿੱਚ ਸਰਦਾਰ ਭਗਤ ਸਿੰਘ ਦੀ ਪਾਰਟੀ ਨੌਜਵਾਨ ਭਾਰਤ ਸਭਾ ਸਰਗਰਮੀ ਨਾਲ ਜੁਟੀ ਹੋਈ ਸੀ। ਮੁੱਢ ਵਿੱਚ ਭਾਵੇਂ ਸਰਦਾਰ ਭਗਤ ਸਿੰਘ ਦੀ ਪਾਰਟੀ ਇੱਕ ਪ੍ਰਾਤਿਕ ਰੂਪ ਵਿੱਚ ਹੀ ਕਾਇਮ ਹੋਈ ਸੀ, ਪਰ ਮਗਰੋਂ ਖਾਸ ਕਰਕੇ ਕਾਕੋਰੀ ਮੁਕੱਦਮੇ ਦੇ ਫੈਸਲੇ ਤੋਂ ਬਾਅਦ ਜਦੋਂ ਭਗਤ ਸਿੰਘ ਨੇ ਦੇਸ਼ ਦੇ ਬਹੁਤ ਸਾਰੇ ਉੱਘੇ ਇਨਕਲਾਬੀਆਂ ਬੀਕੇ ਦੱਤ, ਰਾਜਗੁਰੂ, ਸੁਖਦੇਵ, ਜੋਗੇਸ਼ ਚੰਦਰ ਚੈਟਰਜੀ, ਸੁਰੇਂਦਰ ਨਾਥ ਸਾਨੀਆਲ, ਜੈਦੇਵ ਤੇ ਜਤਿੰਦਰ ਨਾਥ ਘੋਸ਼ ਆਦਿ ਨਾਲ ਸੰਪਰਕ ਪੈਦਾ ਕਰ ਲਿਆ ਤਾਂ ਇਹ ਦੇਸ਼ ਵਿਆਪੀ ਸੰਸਥਾ ਬਣ ਗਈ, ਜਿਸ ਦੀਆਂ ਬ੍ਰਾਂਚਾਂ ਦੂਸਰੇ ਸੂਬਿਆਂ ਵਿੱਚ ਵੀ ਖੋਲ੍ਹ ਦਿੱਤੀਆਂ ਗਈਆਂ। ਤਦ ਇਸ ਦਾ ਨਾਮ ਬਦਲ ਕੇ ਸੋਸ਼ਲਿਸਟ ਰਿਪਬਲਿਕਨ ਆਰਮੀ ਰੱਖ ਦਿੱਤਾ ਗਿਆ। ਇਹ ਪਾਰਟੀ 1925 ਤੋਂ ਲੈ ਕੇ 28 ਤੱਕ ਬੰਬਾਂ ਦੀ ਵਰਤੋਂ ਨਾਲ ਕਈ ਛੋਟੇ ਵੱਡੇ ਹਾਦਸੇ ਕਰ ਚੁੱਕੀ ਸੀ, ਜਿਸ ਨੇ 9 ਸਤੰਬਰ 1928 ਨੂੰ ਦਿੱਲੀ ਵਿੱਚ ਇੱਕ ਗੁਪਤ ਮੀਟਿੰਗ ਕਰਕੇ 2 ਅਹਿਮ ਮਤੇ ਪਾਸ ਕੀਤੇ: ਕਾਕੋਰੀ ਕੇਸ ਦੇ ਕੈਦੀਆਂ ਨੂੰ ਛੁਡਾਉਣਾ ਤੇ ਸਾਈਮਨ ਕਮਿਸ਼ਨ ਦੀ ਗੱਡੀ ਨੂੰ ਬੰਬਾਂ ਨਾਲ ਉਡਾਉਣਾ। ਪਰ ਇਸ ਵਿਚਾਲੇ ਜਦ ਲਾਲਾ ਜੀ ਦੀ ਮੌਤ ਦਾ ਹਾਦਸਾ ਹੋਇਆ ਤਾਂ ਪਹਿਲੇ ਫੈਸਲਿਆਂ ਨੂੰ ਮੁਲਤਵੀ ਕਰਕੇ ਸਭ ਤੋਂ ਪਹਿਲਾਂ ਲਾਲਾ ਜੀ ਦੇ ਕਾਤਲ ਮਿਸਟਰ ਸਕਾਟ ਨੂੰ ਮੌਤ ਦੇ ਘਾਟ ਉਤਾਰਨ ਦਾ ਮਤਾ ਪਾਸ ਕੀਤਾ ਗਿਆ, ਜਿਸ ਨੂੰ ਅਗਲੀ ਸ਼ਕਲ ਦੇਣ ਲਈ 15 ਦਸੰਬਰ 1929 ਦਾ ਦਿਨ ਨਿਯਤ ਕੀਤਾ ਗਿਆ। ਪਰ ਗਲਤੀ ਨਾਲ ਸਕਾਟ ਦੇ ਭੁਲੇਖੇ ਸੁਪਰੀਡੈਂਟ ਪੁਲਿਸ ਮਿਸਟਰ ਸਾਂਡਰਸ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ। ਇਹ ਹਾਦਸਾ ਸਰਦਾਰ ਭਗਤ ਸਿੰਘ ਦੇ ਹੱਥੀਂ ਹੋਇਆ, ਜੋ ਉਸ ਵੇਲੇ ਤਾਂ ਪੁਲਿਸ ਦੀ ਅੱਖੀ ਘੱਟਾ ਪਾ ਕੇ ਨਿਕਲ ਗਿਆ, ਪਰ ਮਗਰੋਂ ਦਿੱਲੀ ਅਸੈਂਬਲੀ ਹਾਲ ਵਿੱਚ ਬੰਬ ਚਲਾ ਕੇ ਉਸਨੇ ਤੇ ਉਸਦੇ ਸਾਥੀ ਬੀਕੇ ਦੱਤ ਨੇ ਰਜ਼ਾਕਾਰਾਨਾ ਤੌਰ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹੋ ਹਫੜਾ ਦਫੜੀ ਤੇ ਫੜੋ ਫੜਾਈ ਦੇ ਦਿਨ ਸਨ, ਜਦੋਂ ਅੰਗਰੇਜ਼ੀ ਸਾਮਰਾਜ ਦੇ ਜ਼ੁਲਮਾਂ ਨੂੰ ਸਹਿੰਦੇ ਸਹਿੰਦੇ ਲੋਕੀ ਆਤੁਰ ਹੋ ਉੱਠੇ ਸਨ। ਜਦੋਂ ਪੰਜਾਬ ਵਿੱਚ ਭਗਤ ਸਿੰਘ ਤੇ ਉਸਦੀ ਪਾਰਟੀ ਨੇ ਅਨਾਰਕੀ ਤਰੀਕਿਆਂ ਨੂੰ ਅਪਣਾਉਂਦਿਆਂ ਹੋਇਆਂ ਅੰਗਰੇਜ਼ੀ ਰਾਜ ਦਾ ਮਲੀਆ ਮਿਟ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ। ਜਦੋਂ ਲਾਲਾ ਜੀ ਦੀ ਮੌਤ ਤੋਂ ਬਾਅਦ ਜਨਤਕ ਜੋਸ਼ ਕੰਡਿਆਂ ਤੋਂ ਉਛਲ ਰਿਹਾ ਸੀ,
ਜਦੋਂ ਇਨਕਲਾਬੀਆਂ ਕਾਂਗਰਸੀ ਵਲੰਟੀਅਰਾਂ ਤੇ ਦੇਸ਼ ਭਗਤਾਂ ਉੱਤੇ ਹਕੂਮਤ ਵੱਲੋਂ ਮਨ ਮੰਨੇ ਤਸ਼ੱਦਦ ਕੀਤੇ ਜਾ ਰਹੇ ਸਨ। ਇਹ ਦਿਨ ਸਨ ਜਦੋਂ ਲਾਹੌਰ ਦੇ ਇੱਕ ਮੁਹੱਲੇ ਵਿੱਚ ਬੈਠੀ ਪੁਸ਼ਪਾ ਆਏ ਦਿਨ ਦੇ ਇਹਨਾਂ ਅਤਿਆਚਾਰਾਂ ਨੂੰ ਸੁਣ ਕੇ ਲਹੂ ਦੇ ਅਥਰੂ ਰੋ ਰਹੀ ਸੀ। ਉਸ ਦਾ ਦਿਲ ਘਾਉ ਮਾਊ ਹੋ ਉੱਠਦਾ ਜਦੋਂ ਅਖਬਾਰਾਂ ਵਿੱਚ ਪੜ੍ਹਦੀ ਕਿ ਫਲਾਣੇ ਥਾਂ ਕੌਮੀ ਵਲੰਟੀਅਰਾਂ ਨੂੰ ਜਾਂ ਮੁਜ਼ਾਹਰਾ ਕਰਨ ਵਾਲਿਆਂ ਨੂੰ ਪੁਲਿਸ ਨੇ ਛੱਲੀਆਂ ਵਾਂਗ ਕੁੱਟਿਆ ਇਤਿਆਦ। ਤਦੇ ਇੱਕ ਦਿਨ ਸੰਧਿਆ ਵੇਲੇ ਕਿਸੇ ਸਹੇਲੀ ਦੇ ਘਰੋਂ ਪਰਤਦਿਆਂ ਪੁਸ਼ਪਾ ਨੇ ਇੱਕ ਐਸਾ ਦ੍ਰਿਸ਼ ਤੱਕਿਆ ਜਿਸ ਦੇ ਅਸਰ ਨਾਲ ਉਹ ਮਰਨ ਹਾਕੀ ਹੀ ਹੋ ਉੱਠੀ। ਉਸ ਦੇ ਕਦਮ ਰੁਕ ਗਏ ਤੇ ਰੁਕੇ ਹੀ ਰਹੇ ਕਿੰਨਾ ਚਿਰ। ਅੰਕ 51। ਉੱਠ ਧੀਏ, ਪੈਂਡਾ ਖੋਟਾ ਨਾ ਕਰ, ਰੋਇਆ ਕੀ ਬਣਦਾ ਏ। ਉੱਠ ਮੈਂ ਸਦਕੇ, ਅਸਾਂ ਹਜੇ ਚੁੱਕੀ ਵਾਟ ਕਰਨੀ ਏ ਤੇ ਉੱਤੋਂ ਸੋਤਾ ਪੈਂਦਾ ਜਾਂਦਾ ਏ। ਕਹਿੰਦਿਆਂ ਬੁੱਢੀ ਦੀਆਂ ਅੱਖਾਂ ਡੁਬਡੁਬਾ ਆਈਆਂ। ਕੁੜੀ ਨੇ ਅੱਖਾਂ ਪੂੰਝਦਿਆਂ ਨਿਰਾਸ਼ ਨਜ਼ਰ ਨਾਲ ਬੁੱਢੀ ਵੱਲ ਤੱਕ ਕੇ ਕਿਹਾ, ਮਾਂ ਮੈਂ ਹੁਣ ਕਿੱਥੇ ਜਾਵਾਂਗੀ। ਜਿੱਥੇ ਰੱਬ ਲੈ ਜਾਏਗਾ ਬੱਚੀ, ਬੁੱਢੀ ਨੇ ਉੱਤਰ ਦਿੱਤਾ। ਪਰ ਉਸਦੇ ਪਾਟਦੇ ਦਿਲ ਦੀ ਇਸ ਆਵਾਜ਼ ਨੂੰ ਕੁੜੀ ਨੇ ਨਹੀਂ ਸੁਣਿਆ। ਪ੍ਰਸ਼ਨ ਕਰਨ ਤੋਂ ਬਾਅਦ ਉਸਦਾ ਧਿਆਨ ਹੋਰ ਪਾਸੇ ਖਿੱਚਿਆ ਗਿਆ ਜਦ ਸਾਹਮਣਿਓਂ ਕਿਸੇ ਦੀ ਆਵਾਜ਼ ਉਸਨੂੰ ਸੁਣਾਈ ਦਿੱਤੀ, ਭੈਣ ਤੁਸੀਂ ਦੋਵੇਂ ਕਿਉਂ ਰੋਂਦੀਆਂ ਜੇ। ਬੁੱਢੀ ਦਾ ਧਿਆਨ ਵੀ ਉਧਰੇ ਹੋ ਗਿਆ। ਆਉਣ ਵਾਲੀ ਉਹਨਾਂ ਨੂੰ ਕਿਸੇ ਰੱਜੇ ਪੁੱਜੇ ਘਰ ਦੀ ਮੁਟਿਆਰ ਜਾਪੀ। ਉਸਦੇ ਕੱਪੜੇ ਸਾਦੇ ਪਰ ਸਾਫ਼ ਸੁਥਰੇ ਸਨ। ਕੁੜੀ ਨੇ ਉਸ ਓਪਰੀ ਮੁਟਿਆਰ ਦੇ ਪ੍ਰਸ਼ਨ ਦਾ ਕੋਈ ਉੱਤਰ ਨਾ ਦਿੱਤਾ। ਉਹ ਆਪਣੀ ਮੈਲੀ ਧੋਤੀ ਵਿੱਚ ਮੂੰਹ ਲੁਕਾ ਕੇ ਰੋਂਦੀ ਰਹੀ। ਉਸਦੀਆਂ ਦੋਵੇਂ ਕਲਾਈਆਂ ਰੱਤੇ ਚੂਨੇ ਨਾਲ ਭਰੀਆਂ ਹੋਈਆਂ ਸਨ, ਜਿਨ੍ਹਾਂ ਤੋਂ ਜਾਪਦਾ ਸੀ ਕਿ ਉਸਦੇ ਵਿਆਹ ਨੂੰ ਬਹੁਤਾ ਚਿਰ ਨਹੀਂ ਹੋਇਆ। ਪਰ ਉਸਦੇ ਕੱਪੜੇ ਦੱਸਦੇ ਸਨ ਕਿ ਉਸਦੀ ਜੋਬਨ ਫੁਲਵਾੜੀ ਟਹਿਕਣ ਤੋਂ ਪਹਿਲਾਂ ਹੀ ਸੋਕੜੇ ਦਾ ਸ਼ਿਕਾਰ ਹੋ ਗਈ ਹੈ। ਉਸਦੀ ਸਾਥਣ ਬੁੱਢੀ, ਜਿਹੜੀ ਸ਼ਕਲ ਸੂਰਤ ਤੋਂ ਉਸਦੀ ਮਾਂ ਜਾਪਦੀ ਸੀ, ਆਉਣ ਵਾਲੀ ਮੁਟਿਆਰ ਨੂੰ ਕਹਿਣ ਲੱਗੀ, ਬੀਬੀ ਸਾਡੇ ਦੁੱਖੜੇ ਕੌਣ ਸੁਣਦਾ ਏ। ਜਿਸ ਅੱਗੇ ਦੁੱਖ ਰੋਈਦਾ ਹੈ ਉਹੀ ਉਹ ਲਹੂ ਦਾ ਤਿਹਾਇਆ ਹੋ ਜਾਂਦਾ ਹੈ। ਜਾ ਬੀਬੀ ਤੂੰ ਕੀ ਲੈਣਾ ਹੈ ਪੁੱਛ ਕੇ। ਬੁੱਢੀ ਦੇ ਵਾਕ ਸੁਣ ਕੇ ਪੁਸ਼ਪਾ ਦਾ ਦਿਲ ਵਿੰਨਿਆ ਗਿਆ। ਉਸਦੀਆਂ ਅੱਖਾਂ ਵਿੱਚੋਂ ਅਥਰੂ ਫੁੱਟ ਆਏ। ਇਹਨਾਂ ਥੋੜੇ ਜਿਹੇ ਵਾਕਾਂ ਨੇ ਤਰਸ ਦੇ ਬੱਦਲ ਬਣ ਕੇ ਉਸਨੂੰ ਆਪਣੇ ਵਿੱਚ ਲੁਕਾ ਲਿਆ। ਉਹ ਉੱਥੇ ਹੀ ਬੈਠ ਗਈ ਉਸ ਮੁਟਿਆਰ ਕੋਲ। ਮਿੱਟੀ ਘੱਟੇ ਵਿੱਚ ਹੀ ਉਸਨੇ ਦੁਖੀਆ ਮੁਟਿਆਰ ਨੂੰ ਬਾਹਾਂ ਵਿੱਚ ਲੈ ਲਿਆ। ਕੁੜੀ ਨੂੰ ਇਉਂ ਜਾਪਿਆ ਜਿਵੇਂ ਉਸਦੇ ਲੂੰ ਵਿੱਚੋਂ ਸਿਮ ਰਹੇ ਜ਼ਖਮਾਂ ਉੱਤੇ ਮੱਲਮ ਲਾਉਣ ਲਈ ਕੋਈ ਦੇਵੀ ਅਰਸ਼ੋਂ ਉੱਤਰ ਆਈ ਹੈ। ਰੋ ਨਾ ਭੈਣ, ਆਪਣੀਆਂ ਤਿਰਬੱਡ ਅੱਖਾਂ ਨਾਲ ਉਸਦੇ ਚਿਹਰੇ ਵੱਲ ਤੱਕਦਿਆਂ ਹੋਇਆਂ ਪੁਸ਼ਪਾ ਨੇ ਪੁੱਛਿਆ, ਤੈਨੂੰ ਕੀ ਦੁੱਖ ਹੈ। ਕੁੜੀ ਨੇ ਕੋਈ ਉੱਤਰ ਨਾ ਦਿੱਤਾ। ਸ਼ਾਇਦ ਇਸ ਕੀ ਦੁੱਖ ਹੈ ਦਾ ਉੱਤਰ ਉਸ ਪਾਸ ਹੈ ਹੀ ਕੋਈ ਨਹੀਂ ਸੀ। ਜੇ ਉਸ ਉੱਤੇ ਕੋਈ ਇਹ ਪ੍ਰਸ਼ਨ ਕਰਦਾ ਕਿ ਤੈਨੂੰ ਕਿਹੜਾ ਦੁੱਖ ਨਹੀਂ, ਤਾਂ ਇਸ ਦਾ ਉਹ ਸੁਖਾਲਾ ਹੀ ਉੱਤਰ ਦੇ ਸਕਦੀ, ਕਹਿ ਦਿੰਦੀ ਸਾਰੇ। ਮਾਂ ਆਪਣੀ ਧੀ ਦੀ ਜ਼ੁਬਾਨ ਬਣ ਕੇ ਬੋਲੀ, ਬੀਬੀ ਇਸ ਦੇ ਦੁੱਖਾਂ ਦਾ ਕੀ ਪੁੱਛਣੀ ਏ। ਇਸ ਦਾ ਘਰ ਵਾਲਾ। ਬੁੱਢੀ ਦੀ ਆਵਾਜ਼ ਰੁਕ ਗਈ ਤੇ ਉਸਨੇ ਆ ਰਹੇ ਗੱਚ ਨੂੰ ਹਿੱਕ ਵਿੱਚ ਰੋਕਣ ਦੀ ਕੋਸ਼ਿਸ਼ ਕਰਦਿਆਂ ਹੋਇਆ ਕਿਹਾ, ਮਾਰਿਆ ਗਿਆ। ਤੇ ਉਹ ਗੱਲ ਪੂਰੀ ਵੀ ਨਾ ਕਰ ਸਕੀ। ਮਾਰਿਆ ਗਿਆ। ਪੁਸ਼ਪਾ ਨੇ ਸੱਜੇ ਹੱਥ ਦੀ ਪਹਿਲੀ ਉਂਗਲ ਦੰਦਾਂ ਵਿੱਚ ਦੇ ਲਈ ਤੇ ਬੋਲੀ, ਕਿਸਨੇ ਮਾਰ ਸੁੱਟਿਆ ਉਹਨੂੰ। ਕਿਸੇ ਓਪਰੇ ਨੇ ਨਹੀਂ, ਬੁੱਢੀ ਨੇ ਹੌਂਕਾ ਭਰ ਕੇ ਕਿਹਾ, ਉਹਦੇ ਸਾਥੀਆਂ ਵਿੱਚੋਂ ਹੀ ਕਿਸੇ ਨੇ, ਜਿਨ੍ਹਾਂ ਨੇ ਪਹਿਲਾਂ ਉਸਨੂੰ ਚੌੜ ਕੀਤਾ ਮਗਰੋਂ ਜਾਨ ਦੇ ਗਾਹਕ ਬਣ ਗਏ। ਸਿਰ ਲੁਕਾਉਣ ਨੂੰ ਜੇ ਕੋਈ ਕੁੱਲੀ ਹੁੰਦੀ ਤਾਂ ਵੀ ਬੈਠ ਕੇ ਰੰਡੇਪਾ ਕੱਟ ਲੈਂਦੀ ਵਿਚਾਰੀ। ਹੁਣ ਕਿੱਥੇ ਜਾਵੇ ਨਿਕਰਮਣ, ਨਾ ਅੱਗੇ ਜੋਗੀ ਰਹੀ ਨਾ ਪਿੱਛੇ ਜੋਗੀ। ਆਂਢੀ ਗੁਆਂਢੀ ਪਰਛਾਵੇਂ ਤੋਂ ਡਰਦੇ ਨੇ, ਕੋਈ ਲਾਗੇ ਨਹੀਂ ਖਲੋਣ ਦਿੰਦਾ। ਪਰ ਮਾਵਾਂ ਕੋਲੋਂ ਤੇ ਔਲਾਦ ਦਾ ਦੁੱਖ ਨਹੀਂ ਨਾ ਦੇਖਿਆ ਜਾਂਦਾ। ਲੈ ਚੱਲੀ ਆਂਸੂ, ਉਹ ਜਾਨ ਜਿੱਥੇ ਮਿਹਨਤ ਪੂੜੀ ਕਰਕੇ ਆਪਣਾ ਪੇਟ ਪਾਲਣੀ, ਉੱਥੇ ਖੰਨੀ ਚੱਪਾਈ ਦੇ ਜੋਗਾ ਵੀ ਜੁੜ ਜਾਏਗਾ। ਕੀ ਕਰਾਂ, ਵਕਤ ਜੂ ਕੱਟਣਾ ਪੈ ਗਿਆ। ਮੇਰਾ ਪਿੰਡ ਇੱਥੋਂ ਬਹੁਤਾ ਦੂਰ ਨਹੀਂ, 3 ਕੁ ਕੋਹ ਹੋਵੇਗਾ। ਤੇ 3 ਕੋਹ ਪੈਂਡਾ ਮਾਈ, ਤੁਸੀਂ ਇਸ ਹਨੇਰੀ ਰਾਤ ਵਿੱਚ ਇਕੱਲੀਆਂ ਕਰੋਗਾ। ਕੀ ਕਰੀਏ ਬੀਬੀ, ਹੋਰ ਕੋਈ ਵਾਹ ਨਹੀਂ। ਤੇ ਟਾਂਗੇ ਤੇ ਚਲੇ ਜਾਂਦੇ। ਜੇ ਪੈਦਲ ਹੀ ਜਾਣਾ ਸੀ ਤਾਂ ਦਿਨੇ ਦੁਪਹਿਰੇ ਤੁਰਦੀਆਂ। ਦਿਨੇ ਦੁਪਹਿਰੇ ਨਹੀਂ ਨਾ ਤੁਰ ਹੁੰਦਾ, ਪੁਲਿਸ ਜੋ ਮਗਰ ਲੱਗੀ ਫਿਰਦੀ ਏ। ਪੁਲਿਸ ਤੁਹਾਡੇ ਮਗਰ? ਹਾਂ, ਕਿਉਂ। ਬੁੱਢੀ ਨੇ ਕੋਈ ਉੱਤਰ ਨਾ ਦਿੱਤਾ। ਪੁਸ਼ਪਾ ਨੇ ਫਿਰ ਪੁੱਛਿਆ, ਮਾਈ ਇਸ ਦਾ ਆਦਮੀ ਇੱਥੇ ਹੀ ਰਹਿੰਦਾ ਸੀ ਲਾਹੌਰ ਵਿੱਚ। ਹਾਂ ਬੱਚੀ, ਇੱਥੇ ਹੀ ਨੌਕਰ ਸੀ ਇੱਕ ਦਫ਼ਤਰ ਵਿੱਚ। ਅਜੇ ਪਿਛਲੇ ਵਰੇ ਹੱਥੀਂ ਮੁਕਲਾਵਾ ਤੋਰਿਆ ਸੀ ਤੇ ਅੱਜ। ਤੇ ਉਸਨੂੰ ਮਾਰਿਆ ਕਿਸਨੇ। ਉਸਦੀ ਆਪਣੀ ਕਰਨੀ ਨੇ। ਉਪਰੋਕਤ ਗੱਲ ਬੁੱਢੀ ਨੇ ਨਹੀਂ ਕਹੀ। ਕਿਸੇ ਓਪਰੇ ਦੀ ਆਵਾਜ਼ ਸੀ, ਮਰਦਾਵੇਂ ਗਲੇ ਦੀ। ਤਿੰਨੇ ਹੀ ਤਰਬਕ ਕੇ ਸੱਜੇ ਪਾਸੇ ਜਿੱਧਰੋਂ ਆਵਾਜ਼ ਆਈ ਸੀ ਤੱਕੀਆਂ। ਦਰਖਤ ਦੇ ਪਿੱਛੋਂ ਇੱਕ ਵਡੇਰੀ ਉਮਰ ਦਾ ਆਦਮੀ ਨਿਕਲਿਆ ਤੇ ਨਿਕਲ ਕੇ ਉਹਨਾਂ ਦੇ ਸਾਹਮਣੇ ਆਣ ਖੜੋਤਾ। ਮਾਲੂਮ ਹੁੰਦਾ ਸੀ ਉਹ ਚੋਖੇ ਚਿਰ ਤੋਂ ਲੁਕ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਸੀ। ਸਿਰ ਉੱਤੇ ਉਸਨੇ ਇੱਕ ਵੱਡੀ ਤੇ ਡੂੰਘੀ ਹੈਟ ਪਾਈ ਹੋਈ ਸੀ। ਉਸਦੇ ਗਲ ਕਾਲਾ ਓਵਰਕੋਟ ਸੀ ਜਿਸ ਨੇ ਉਸਦੇ ਹੇਠਲੇ ਪਹਿਰਾਵੇ ਨੂੰ ਢਕਿਆ ਹੋਇਆ ਸੀ। ਉਹ ਕੁਝ ਘਬਰਾਇਆ ਤੇ ਕਾਲਾ ਕਾਲਾ ਮਾਲੂਮ ਹੁੰਦਾ ਸੀ, ਪਰ ਉਹਦੇ ਚਿਹਰੇ ਉੱਤੇ ਬਜ਼ੁਰਗੀ ਦੇ ਚਿੰਨ੍ਹ ਸਨ। ਉਸਦੀਆਂ ਅੱਖਾਂ ਪ੍ਰਭਾਵਸ਼ਾਲੀ ਤੇ ਚੌੜਾ ਮੱਥਾ ਉਸਦੀ ਸਖਾਵਤ, ਦਲੇਰੀ ਤੇ ਉੱਚ ਹੋਣ ਦੀ ਸਾਖੀ ਭਰਦਾ ਸੀ।
ਬੁੱਢੀ ਘਬਰਾ ਗਈ, ਪਰ ਉਸ ਦੀ ਧੀ ਨੂੰ ਕੋਈ ਘਬਰਾਹਟ ਨਾ ਹੋਈ। ਸ਼ਾਇਦ ਉਹ ਪਹਿਲਾਂ ਤੋਂ ਹੀ ਉਸ ਨੂੰ ਜਾਣਦੀ ਸੀ। ਉਸ ਨੂੰ ਵੇਖਦਿਆਂ ਹੀ ਮੁਟਿਆਰ ਉੱਠ ਕੇ ਬਾਬਾ ਜੀ ਕਹਿੰਦੀ ਹੋਈ ਉਸ ਵੱਲ ਵਧੀ ਤੇ ਕਹਿਣ ਲੱਗੀ, ਮੈਂ ਤੁਹਾਨੂੰ ਸੁਨੇਹਾ ਵੀ ਭੇਜਿਆ ਸੀ। ਸਾਰੀ ਦਿਹਾੜੀ ਉਡੀਕ ਕੇ ਹੁਣ ਚੱਲੀ ਸਾਂ। ਉਸ ਬਾਬਾ ਜੀ ਨੇ ਅਗਾਂਹ ਹੋ ਕੇ ਉਸ ਦਾ ਸਿਰ ਪਲੂਸਦਿਆਂ ਕਿਹਾ, ਮੈਨੂੰ ਸੁਨੇਹਾ ਮਿਲ ਗਿਆ ਸੀ, ਪਰ ਵੇਲ ਨਹੀਂ ਸੀ ਮਿਲੀ। ਹੁਣ ਤੁਹਾਡੇ ਘਰ ਜਾ ਕੇ ਪਤਾ ਕੀਤਾ, ਉੱਥੋਂ ਖਬਰ ਮਿਲੀ ਕਿ ਤੁਸੀਂ ਚਲੀਆਂ ਗਈਆਂ ਹੋ। ਮੈਂ ਟਾਂਗੇ ਤੇ ਆ ਰਿਹਾ ਹਾਂ। ਤੁਸੀਂ ਇੱਥੇ ਕਿਸ ਵੇਲੇ ਦੇ ਖੜੇ ਹੋ? ਥੋੜੇ ਮਿੰਟ ਹੋਏ ਨੇ। ਇਸ ਓਪਰੀ ਬੀਬੀ ਨੂੰ ਵੇਖ ਕੇ ਮੈਂ ਕਹਿੰਦਿਆਂ ਬਾਬਾ ਜੀ ਨੇ ਪੁਸ਼ਪਾ ਵੱਲ ਤੱਕਿਆ। ਇਸੇ ਤੱਕਣ ਵਿੱਚ ਹੀ ਕੋਈ ਐਸੀ ਖਿੱਚ ਸੀ ਜਿਸ ਦੇ ਅਸਰ ਕਰਕੇ ਪੁਸ਼ਪਾ ਦਾ ਸਿਰ ਸ਼ਰਧਾ ਨਾਲ ਨੀਵਾਂ ਹੋ ਗਿਆ। ਉਸਦੇ ਦਿਲ ਨੇ ਬਦੋਬਦੀ ਇਸ ਨਾ ਵਾਕਫ ਬਾਬਾ ਜੀ ਨੂੰ ਨਮਸਕਾਰ ਕੀਤੀ। ਬਾਬਾ ਜੀ ਨੇ ਵੀ ਦਿਲ ਹੀ ਦਿਲ ਵਿੱਚ ਆਸ਼ੀਰਵਾਦ ਦਿੱਤੀ। ਬਾਬਾ ਜੀ ਨੇ ਉਸ ਨੂੰ ਪੁੱਛਿਆ, ਪੁੱਤਰੀ ਕਿੱਧਰੋਂ ਆ ਰਹੀ ਹੈ ਤੂੰ? ਅੱਜ ਇੱਕ ਥਾਵੇਂ ਕੁੜੀਆਂ ਨੇ ਸੱਦਿਆ ਸੀ ਤੇ ਆਪਣਾ ਸ਼ੁਭ ਨਾਮ ਪੁਸ਼ਪਾਵਤੀ। ਬਾਬਾ ਜੀ ਨੇ ਹੋਰ ਧਿਆਨ ਨਾਲ ਰਤਾ ਨੇੜੇ ਹੋ ਕੇ ਉਸ ਵੱਲ ਤੱਕਦਿਆਂ ਕਿਹਾ, ਉਹੀ ਪੁਸ਼ਪਾਵਤੀ, ਦੇਸ਼ ਸੇਵਿਕਾ? ਜੀ, ਤੁਹਾਡੀ ਚਰਨ ਸੇਵਿਕਾ। ਬਿਨਾਂ ਕਿਸੇ ਕਾਰਨ ਤੋਂ ਇਹ ਸ਼ਬਦ ਪੁਸ਼ਪਾ ਦੇ ਮੂੰਹੋਂ ਇੱਕ ਅਣਜਾਣੇ ਬਜ਼ੁਰਗ ਲਈ ਨਿਕਲ ਗਏ। ਤੇ ਪੁੱਤਰੀ, ਤੂੰ ਇਕੱਲੀ ਆ ਰਹੀ ਏ? ਡਰ ਨਹੀਂ ਲੱਗਦਾ ਇਸ ਸੁਨਸਾਨ ਵਿੱਚ? ਪੁਸ਼ਪਾ ਬੋਲੀ। ਭਾਰਤ ਦੀਆਂ ਪੁੱਤਰੀਆਂ ਨੂੰ ਬਾਬਾ ਜੀ ਕੌਣ ਡਰਾ ਸਕਦਾ ਏ? ਮੈਂ ਇਸ ਦੀ ਮਦਦ ਨਾਲ ਵੱਡੇ ਤੋਂ ਵੱਡੇ ਖਤਰੇ ਦਾ ਮੁਕਾਬਲਾ ਕਰ ਸਕਦੀ ਹਾਂ। ਕਹਿੰਦਿਆਂ ਉਸਨੇ ਸਾੜੀ ਦੇ ਅੰਦਰੋਂ ਇੱਕ ਚਮਕੀਲੀ ਕਟਾਰ ਕੱਢ ਕੇ ਵਿਖਾਈ। ਕਟਾਰ ਵੇਖ ਕੇ ਤੇ ਨਾਲ ਹੀ ਭਾਰਤ ਦੀ ਪੁੱਤਰੀ ਸੁਣ ਕੇ ਬਾਬਾ ਜੀ ਦਾ ਚਿਹਰਾ ਚਮਕ ਉੱਠਿਆ। ਉਸਨੇ ਅਗਾਂਹ ਹੋ ਕੇ ਪੁਸ਼ਪਾ ਦੇ ਸਿਰ ਤੇ ਪਿਆਰ ਦਿੰਦਿਆਂ ਕਿਹਾ, ਈਸ਼ਵਰ ਕਰੇ ਤੂੰ ਸੱਚਮੁੱਚ ਭਾਰਤ ਪੁੱਤਰੀ ਬਣੇ। ਇਸ ਆਸ਼ੀਰਵਾਦ ਨੂੰ ਲੈ ਕੇ ਪੁਸ਼ਪਾ ਦਾ ਦਿਲ ਖੁਸ਼ੀ ਨਾਲ ਭਰ ਗਿਆ, ਪਰ ਨਾਲ ਹੀ ਉਸਨੂੰ ਫਿਰ ਕੋਲ ਬੈਠੀ ਦੁਖੀਆ ਦਾ ਖਿਆਲ ਆਇਆ। ਉਸਦੀ ਸਲਾਹ ਹੋਈ ਕਿ ਬਾਬਾ ਜੀ ਤੋਂ ਪੁੱਛੇ ਕਿ ਕੀ ਉਹਨਾਂ ਨੂੰ ਇਸਦੇ ਪਤੀ ਦੀ ਮੌਤ ਦਾ ਪਤਾ ਹੈ, ਕਿਉਂਕਿ ਉਹਦੇ ਮੂੰਹੋਂ ਸੁਣ ਚੁੱਕੀ ਸੀ ਉਸਦੀ ਆਪਣੀ ਕਰਨੀ ਨੇ। ਪਰ ਉਹਦੇ ਪੁੱਛਣ ਤੋਂ ਪਹਿਲਾਂ ਹੀ ਬਾਬਾ ਜੀ ਬੋਲੇ, ਭਾਰਤ ਪੁੱਤਰੀ। ਤੇ ਬਾਬਾ ਜੀ ਨੇ ਹੱਸ ਕੇ ਗੱਲ ਪਰਤੀ, ਆਪਣੇ ਆਪ ਨੂੰ ਸ਼ਰਮਿੰਦਾ ਕਰਦੇ ਹੋਏ ਬੋਲੇ, ਮੈਂ ਵੀ ਕਿੱਡਾ ਮੂਰਖ ਹਾਂ, ਜਿਵੇਂ ਸੱਚਮੁੱਚ ਹੀ ਭਾਰਤ ਪੁੱਤਰੀ ਹੈ। ਹਾਂ ਬੀਬੀ, ਤੂੰ ਇਸ ਲੜਕੀ ਦਾ ਰੋਣਾ ਚਿੱਲਾਣਾ ਬੜੇ ਧਿਆਨ ਨਾਲ ਸੁਣ ਰਹੀ ਸੈਂ। ਮੈਂ ਕਾਫੀ ਚਿਰ ਤੋਂ ਵੇਖ ਰਿਹਾ ਸਾਂ। ਮਾਲੂਮ ਹੁੰਦਾ ਹੈ ਤੇਰੇ ਦਿਲ ਤੇ ਇਸਦੇ ਦੁੱਖ ਦਾ ਬਹੁਤ ਅਸਰ ਹੋਇਆ ਹੈ। ਬਾਬਾ ਜੀ, ਮੈਂ ਤੁਹਾਡੀ ਗੱਲ ਨਹੀਂ ਸਮਝੀ। ਮੇਰਾ ਧਿਆਨ ਹੋਰ ਪਾਸੇ ਚਲਾ ਗਿਆ ਸੀ, ਪੁਸ਼ਪਾ ਨੇ ਕੁਝ ਸੰਗਦਿਆਂ ਕਿਹਾ। ਬਾਬਾ ਜੀ ਦੀ ਪਹਿਲੀ ਗੱਲ ਸੁਣ ਕੇ ਮੈਂ ਤੈਨੂੰ ਸੱਚਮੁੱਚ ਭਾਰਤ ਪੁੱਤਰੀ ਸਮਝ ਬੈਠਾ ਸਾਂ। ਪੁਸ਼ਪਾ ਦਾ ਧਿਆਨ ਦੂਜੇ ਪਾਸੇ ਚਲਾ ਗਿਆ ਸੀ। ਉਹ ਸੋਚ ਰਹੀ ਸੀ ਕਿ ਮੈਂ ਸੱਚਮੁੱਚ ਭਾਰਤ ਪੁੱਤਰੀ ਨਹੀਂ ਬਣ ਸਕਦੀ। ਇਹਨਾਂ ਨੇ ਮੇਰੇ ਵਿੱਚ ਅਜਿਹੀ ਕੀ ਉਨਤਾਈ ਵੇਖੀ ਹੈ, ਮੈਨੂੰ ਪੁੱਛਣਾ ਚਾਹੀਦਾ ਹੈ। ਬਾਬਾ ਜੀ ਨੇ ਆਪਣੀ ਗੱਲ ਦੁਹਰਾਈ, ਮੈਂ ਕਹਿ ਰਿਹਾ ਸਾਂ ਤੂੰ ਇਸ ਲੜਕੀ ਦਾ ਰੋਣਾ ਚਿੱਲਾਣਾ ਸੁਣਿਆ ਏ ਤੇ ਪੁੱਛਣਾ ਚਾਹੁੰਦੀ ਹੈ ਕਿ ਇਸਦੇ ਪਤੀ ਨੂੰ ਕਿਸ ਨੇ ਮਾਰਿਆ। ਜੀ ਹਾਂ, ਪੁਸ਼ਪਾ ਨੇ ਸਿਰ ਨਿਵਾ ਉੱਤਰ ਦਿੱਤਾ। ਤਾਂ ਇਹਨਾਂ ਨੂੰ ਤੋਰ ਲੈਣ ਦੇ, ਕਿਉਂਕਿ ਇਹਨਾਂ ਨੂੰ ਦੂਰ ਜਾਣਾ ਹੈ। 10-15 ਮਿੰਟ ਇੱਥੇ ਠਹਿਰਨ ਦੀ ਤੈਨੂੰ ਵੇਲ ਹੈ। ਜਿੰਨਾ ਚਿਰ ਕਹੋ, ਪੁਸ਼ਪਾ ਨੇ ਸ਼ਾਂਤ ਭਾਵ ਨਾਲ ਕਿਹਾ। ਬਾਬਾ ਜੀ ਨੇ ਮੂੰਹ ਨਾਲ ਸੀਟੀ ਵਜਾਈ। ਥੋੜੀ ਦੇਰ ਬਾਅਦ ਖੜਖੜ ਕਰਦਾ ਇੱਕ ਟਾਂਗਾ ਉੱਥੇ ਆ ਕੇ ਖੜੋ ਗਿਆ। ਬਾਬਾ ਜੀ ਨੇ ਉਹਨਾਂ ਦੋਹਾਂ ਸਵਾਰੀਆਂ ਨੂੰ ਕਿਹਾ, ਬੈਠ ਜਾਓ। ਟਾਂਗੇ ਵਾਲਾ ਆਪਣਾ ਆਦਮੀ ਹੈ, ਕਿਰਾਇਆ ਨਹੀਂ ਦੇਣਾ। ਤੇ ਨਾਲ ਹੀ ਉਸਨੇ ਜੇਬ ਵਿੱਚੋਂ ਕੁਝ ਨੋਟ ਕੱਢ ਕੇ ਬੁੱਢੀ ਦੀ ਧੀ ਨੂੰ ਫੜਾਉਂਦਿਆਂ ਹੋਇਆ ਕਿਹਾ, ਲੈ ਪੁੱਤਰੀ, ਦਿਲ ਨਹੀਂ ਛੱਡਣਾ, ਮੈਂ ਹਮੇਸ਼ਾ ਤੇਰਾ ਖਿਆਲ ਰੱਖਾਂਗਾ। ਲੜਕੀ ਨੇ ਧੰਨਵਾਦ ਸਹਿਤ ਲੈ ਲਏ। ਫਿਰ ਦੋਵੇਂ ਮਾਵਾਂ ਧੀਆਂ ਬਾਬਾ ਜੀ ਨੂੰ ਨਮਸਕਾਰ ਕਰਕੇ ਟਾਂਗੇ ਵਿੱਚ ਜਾ ਬੈਠੀਆਂ ਤੇ ਟਾਂਗਾ ਤੁਰ ਪਿਆ। ਅੰਕ 52। ਬਾਬਾ ਜੀ ਦੀਆਂ ਅੱਖਾਂ ਦੀ ਆਕਰਸ਼ਣ ਸ਼ਕਤੀ ਨੇ ਪੁਸ਼ਪਾ ਨੂੰ ਇਸ ਤਰ੍ਹਾਂ ਕੀਲ ਬਿਠਾਇਆ ਜਿਵੇਂ ਸੱਪ ਨੂੰ ਮਾਂਦਰੀ। ਟਾਂਗਾ ਜਦ ਅੱਖਾਂ ਤੋਂ ਓਹਲੇ ਹੋ ਗਿਆ ਤਾਂ ਬਾਬਾ ਜੀ ਉਸ ਵੱਲ ਮੁੜੇ ਤੇ ਮੇਰੇ ਮਗਰ ਆ ਕਹਿ ਕੇ ਸੜਕੋਂ ਲਾਂਬੇ ਹੋ ਤੁਰੇ। ਬਿਨਾਂ ਹੀਲ ਹੁਜਤ ਪੁਸ਼ਪਾ ਉਸਦੇ ਮਗਰ ਤੁਰ ਗਈ। ਥੋੜੀ ਦੂਰ ਸੰਘਲੇ ਦਰਖਤਾਂ ਹੇਠ ਜਾ ਕੇ ਬਾਬਾ ਜੀ ਇੱਕ ਢੱਠੇ ਹੋਏ ਦਰਖਤ ਦੇ ਮੁੱਢ ਤੇ ਬੈਠ ਗਏ ਤੇ ਉਹਨਾਂ ਦੇ ਸੱਜੇ ਪਾਸੇ ਪੁਸ਼ਪਾ। ਭਾਰਤ ਪੁੱਤਰੀ ਬਣਨਾ ਇਤਨਾ ਸੌਖਾ ਨਹੀਂ ਬੇਟੀ। ਪੁਸ਼ਪਾ ਦੇ ਦਿਲੀ ਭਾਵਾਂ ਨੂੰ ਸਮਝਦਿਆਂ ਬਾਬਾ ਜੀ ਉਸ ਵੱਲ ਤੱਕ ਕੇ ਕਹਿੰਦੇ ਗਏ, ਤਲਵਾਰ ਦੀ ਧਾਰ ਤੇ ਨੱਚਣਾ ਪੈਂਦਾ ਏ। ਹੱਸਦੇ ਚਹਿਕਦੇ ਮਜਮਿਆਂ ਤੇ ਮਹਿਫਲਾਂ ਵਿੱਚ ਰਾਗ ਰੰਗ ਦਾ ਆਨੰਦ ਲੈਣਾ ਨਿਸ਼ਚੇ ਹੀ ਸੁਖਦਾਈ ਹੈ। ਪਰ ਜਿਨ੍ਹਾਂ ਦੇ ਕੰਨਾਂ ਵਿੱਚ ਹਰ ਵੇਲੇ ਭਾਰਤ ਦੀਆਂ ਲੱਖਾਂ ਵਿਧਵਾਵਾਂ ਦੇ ਕੀਰਨੇ ਸ਼ੋਰ ਮਚਾ ਰਹੇ ਹੋਣ, ਜਿਨ੍ਹਾਂ ਦੀਆਂ ਅੱਖਾਂ ਕਰੋੜਾਂ ਜਿਉਂਦੇ ਇਨਸਾਨਾਂ ਨੂੰ ਰੋਟੀ ਦੇ ਟੁਕੜੇ ਲਈ ਜਾਨ ਤੋੜਦਿਆਂ ਵੇਖ ਰਹੀਆਂ ਹੋਣ, ਜਿਨ੍ਹਾਂ ਦੇ ਦਿਲ ਹਕੂਮਤ ਦੀ ਜ਼ੁਲਮੀ ਚੱਕੀ ਵਿੱਚ ਸੈਂਕੜੇ ਬੇਦੋਸ਼ੀਆਂ ਨੂੰ ਪਿਸਦਿਆਂ ਵੇਖ ਕੇ ਤੜਫ ਰਹੇ ਹੋਣ, ਉਹਨਾਂ ਨੂੰ ਰੰਗ ਰਲੀਆਂ ਮਾਨਣ ਦੀ ਵੇਲ ਕਿੱਥੇ ਹੈ। ਪੁਸ਼ਪਾ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਬਾਬਾ ਜੀ ਕਹਿੰਦੇ ਗਏ, ਕਿਤਨਾ ਬਦਕਿਸਮਤ ਹੈ ਉਹ ਦੇਸ਼ ਜਿਸ ਦੀ ਕਿਸਮਤ ਦੀ ਵਾਂਗਡੋਰ ਗੈਰਾਂ ਦੇ ਹੱਥ ਵਿੱਚ ਹੋਵੇ ਤੇ ਉਸਦੇ ਵਾਸੀ ਇਸੇ ਗੁਲਾਮੀ ਦੀ ਹਾਲਤ ਵਿੱਚ ਸੰਤੁਸ਼ਟ ਬੈਠੇ ਚੈਨ ਦੀ ਬੰਸਰੀ ਵਜਾ ਰਹੇ ਹੋਣ।
ਤੇ ਉਹਨਾਂ ਵਿੱਚ ਆਜ਼ਾਦੀ ਦਾ ਅਹਿਸਾਸ ਪੈਦਾ ਕਰਨ ਵਾਲਿਆਂ ਲਈ ਹੋਵੇ ਫਾਂਸੀ, ਜਲਾਵਤਨੀ ਤੇ ਜੇਲ੍ਹ। ਆਹ, ਕੀ ਇਸ ਦੇਸ਼ ਵਿੱਚ ਰਾਣੀ ਲక్ష్ਮੀ ਬਾਈ ਦੀ ਇੱਕ ਵੀ ਬੱਚੀ ਬਾਕੀ ਨਹੀਂ ਰਹੀ? ਕੀ ਇੱਥੇ ਇੱਕ ਵੀ ਜੌਨ ਆਫ ਆਰਕ ਨਹੀਂ, ਜਿਹੜੀ ਆਪਣੇ ਦੇਸ਼ ਦੇ ਗੁਲਾਮੀ ਦੇ ਬੰਧਨ ਕੱਟਣ ਲਈ ਬਲੀਦਾਨ ਕਰ ਸਕੇ? ਬਾਬਾ ਜੀ ਦੇ ਚਿਹਰੇ ਉੱਤੇ ਬੀਰ ਰਸ ਦੀ ਲਾਲੀ ਝਲਕ ਰਹੀ ਸੀ। ਪੁਸ਼ਪਾ ਦੇ ਸੀਨੇ ਵਿੱਚ ਜਿਵੇਂ ਪਹਾੜਾਂ ਨੂੰ ਚਕਨਾਚੂਰ ਕਰਨ ਵਾਲੀ ਸ਼ਕਤੀ ਪੈਦਾ ਹੋ ਰਹੀ ਸੀ। ਉਹ ਸੋਚਦੀ ਜਾਂਦੀ ਸੀ ਕਿ ਕਿਸੇ ਇੱਕ ਤੀਵੀਂ ਦੇ ਤਿਆਗ ਦਾ ਸਦਕਾ ਭਾਰਤ ਦੇ ਬੰਧਨ ਕੱਟੇ ਜਾ ਸਕਦੇ ਹਨ। ਜੇ ਠੀਕ ਹੋਵੇ ਤਾਂ ਮੇਰੇ ਲਈ ਇਸ ਤੋਂ ਚੰਗਾ ਹੋਰ ਕਿਹੜਾ ਹੋਵੇਗਾ? ਬਾਬਾ ਜੀ ਨੇ ਆਪਣੀ ਵਿਆਖਿਆ ਜਾਰੀ ਰੱਖੀ। ਦੁਨੀਆ ਜੀਣਾ ਚਾਹੁੰਦੀ ਹੈ, ਭਾਵੇਂ ਕੁੱਤਿਆਂ ਦਾ ਜੀਣਾ ਹੋਵੇ। ਦੁਨੀਆ ਮਰਨਾ ਨਹੀਂ ਚਾਹੁੰਦੀ, ਭਾਵੇਂ ਉਹ ਮੌਤ ਕਿੱਡੀ ਸ਼ਾਨਦਾਰ ਤੇ ਅਮਰ ਕਿਉਂ ਨਾ ਹੋਵੇ। ਭਾਰਤ ਦੀ ਜ਼ਿੰਦਗੀ ਅੱਜ ਕੀ ਹੈ? ਜਿਹੜਾ ਕੀੜਾ ਪੈਰਾਂ ਹੇਠ ਆ ਕੇ ਮਰ ਗਿਆ, ਤੇ ਹਾਂ ਹਿੰਦੁਸਤਾਨੀ। ਉਹਨਾਂ ਦੀ ਜਿਸ ਜ਼ਿੰਦਗੀ ਨੂੰ ਮਲੇਰੀਆ, ਹੈਜਾ ਤੇ ਹੋਰ ਇਹੋ ਜਿਹੀਆਂ ਬਿਮਾਰੀਆਂ ਮਿਟਾ ਦਿੰਦੀਆਂ ਹਨ, ਉਸੇ ਜ਼ਿੰਦਗੀ ਨੂੰ ਜੇ ਕਦੇ ਉਹ ਚਾਹਣ ਤਾਂ ਧਰੂ ਵਾਂਗ ਅਮਰ ਬਣਾਉਣ ਤੋਂ ਛੁੱਟ ਦੇਸ਼ ਲਈ ਵੀ ਲਾਭਦਾਇਕ ਬਣਾ ਸਕਦੇ ਹਨ। ਪਰ ਬਾਬਾ ਜੀ ਦਾ ਗਲਾ ਭਾਰਾ ਹੋ ਗਿਆ ਤੇ ਉਹ ਹੋਰ ਨਾ ਬੋਲ ਸਕੇ। ਸੁਣਨ ਵਾਲੀ ਪਾਸ ਵੀ ਹੁਣ ਹੋਰ ਚੁੱਪ ਰਹਿਣ ਦਾ ਸਹਾਰਾ ਨਹੀਂ ਸੀ। ਉਸਨੇ ਜਿਉਂ ਹੀ ਬਾਬਾ ਜੀ ਨੂੰ ਚੁੱਪ ਹੁੰਦਿਆਂ ਵੇਖਿਆ, ਝੱਟ ਬੋਲ ਉੱਠੀ, ਬਾਬਾ ਜੀ, ਲక్ష్ਮੀ ਬਾਈ ਤੇ ਜੌਨ ਆਫ ਆਰਕ ਦੇ ਪੂਰਨਿਆਂ ਤੇ ਚੱਲਣ ਲਈ ਇਹ ਹੱਡ ਚੰਮ ਦੀ ਪੁਤਲੀ ਹਾਜ਼ਰ ਹੈ, ਜੇ ਕੁਝ ਸਵਾਰ ਸਕਦੀ ਹੋਵੇ। ਬਾਬਾ ਜੀ ਨੇ ਹੋਰ ਡੂੰਘੇ ਧਿਆਨ ਨਾਲ ਉਸਦੇ ਚਿਹਰੇ ਵੱਲ ਤੱਕਿਆ, ਚੋਖਾ ਚਿਰ ਤੱਕਦੇ ਰਹੇ ਤੇ ਫਿਰ ਬੋਲੇ, ਇਸ ਹੱਡ ਚੰਮ ਦੀ ਪੁਤਲੀ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ, ਜਿਸ ਨੂੰ ਮੈਂ ਅਨੁਭਵ ਤੇ ਤਜਰਬੇ ਦੀਆਂ ਅੱਖਾਂ ਨਾਲ ਵੇਖ ਰਿਹਾ ਹਾਂ। ਪਰ ਕੀ ਇੱਕ ਚੀਜ਼ ਅਜਿਹੀ ਹੈ ਜਿਹੜੀ ਹੁੰਦੀ ਹੋਈ ਵੀ ਕਿਸੇ ਵਿੱਚ ਦਿਸ ਨਹੀਂ ਸਕਦੀ, ਤੇ ਮੈਨੂੰ ਸਭ ਤੋਂ ਵੱਧ ਉਸੇ ਚੀਜ਼ ਨੂੰ ਵੇਖਣ ਦੀ ਲੋੜ ਹੈ। ਉਹ ਕੀ ਬਾਬਾ ਜੀ? ਵਿਸ਼ਵਾਸ। ਪੁਸ਼ਪਾ ਦਾ ਦਿਲ ਇਸ ਵੇਲੇ ਤੀਕ ਕਿਸੇ ਨਵੇਂ ਉਤਸ਼ਾਹ, ਨਵੇਂ ਜੋਸ਼ ਨਾਲ ਕੰਢਿਆਂ ਤੀਕ ਭਰ ਚੁੱਕਾ ਸੀ। ਉਸ ਨੂੰ ਇਸ ਗੱਲ ਦਾ ਵੀ ਚੇਤਾ ਨਾ ਰਿਹਾ ਕਿ ਉਸਨੇ ਜਲਦੀ ਘਰ ਪਹੁੰਚਣਾ ਹੈ। ਉਹ ਦ੍ਰਿੜਤਾ ਨਾਲ ਬੋਲੀ, ਮੈਂ ਕਦੇ ਵਿਸ਼ਵਾਸਘਾਤ ਨਹੀਂ ਕੀਤਾ ਤੇ ਨਾ ਹੀ ਕਰਾਂਗੀ ਬਾਬਾ ਜੀ। ਇਸ ਗੱਲ ਦਾ ਪੁੱਤਰੀ ਮੈਨੂੰ ਕਿਸੇ ਹੱਦ ਤੱਕ ਭਰੋਸਾ ਹੈ, ਤਾਂ ਹੀ ਮੈਂ ਤੇਰੇ ਅੱਗੇ ਇਤਨੀ ਜਲਦੀ ਦਿਲ ਖੋਲ ਦਿੱਤਾ ਹੈ। ਪਰ ਸਾਡੇ ਵਿੱਚ ਵਿਸ਼ਵਾਸਘਾਤ ਦੀ ਸਜ਼ਾ ਜਾਣਦੀ ਹੈ ਕੀ ਹੈ? ਤੇਰੀ ਤਾਲੀਮ ਕੀ ਹੈ ਪੁੱਤਰੀ? ਮੈਨੂੰ ਇਸ ਦੇ ਜਾਣਨ ਦੀ ਲੋੜ ਨਹੀਂ, ਪਰ ਜੇ ਤੁਸੀਂ ਚਾਹੋ ਤਾਂ ਦੱਸ ਦਿਓ। ਮੈਂ FA ਪਾਸ ਹਾਂ, ਮੈਂ ਦੱਸਦਾ ਹਾਂ। ਤੇ ਬਾਬਾ ਜੀ ਨੇ ਜੇਬ ਵਿੱਚੋਂ ਇੱਕ ਨਿੱਕੀ ਜਿਹੀ ਨਿੱਗਰ ਚੀਜ਼ ਕੱਢ ਕੇ ਪੁਸ਼ਪਾ ਦੀ ਤਲੀ ਤੇ ਰੱਖ ਦਿੱਤੀ ਤੇ ਬੋਲੇ, ਇਹ? ਪੁਸ਼ਪਾ ਨੇ ਧਿਆਨ ਨਾਲ ਤੱਕਿਆ। ਪਿਸਤੌਲ ਦੀ ਇੱਕ ਗੋਲੀ ਸੀ। ਉਹ ਲਾਪਰਵਾਹੀ ਨਾਲ ਇਹ ਚੀਜ਼ ਬਾਬਾ ਜੀ ਨੂੰ ਮੋੜਦੀ ਹੋਈ ਬੋਲੀ, ਇਹ ਤਾਂ ਬਹੁਤ ਮਾਮੂਲੀ ਸਜ਼ਾ ਹੈ। ਸੁਣ ਕੇ ਬਾਬਾ ਜੀ ਦਾ ਦਿਲ ਖੁਸ਼ੀ ਨਾਲ ਦੂਣਾ ਹੋ ਗਿਆ। ਕਹਿਣ ਲੱਗੇ, ਜਿੱਡੀ ਇਹ ਛੋਟੀ ਹੈ, ਉਤਨਾ ਇਸ ਦਾ ਪੇਟ ਵੱਡਾ ਹੈ। ਵਿਸ਼ਵਾਸਘਾਤੀ ਲਈ ਭਾਵੇਂ ਨਾ ਸਹੀ, ਪਰ ਉਸਦੇ ਸੰਬੰਧੀਆਂ ਲਈ ਬਹੁਤ ਵੱਡੀ ਹੈ, ਜਿਸ ਦਾ ਤੂੰ ਹੁਣੇ ਹੀ ਇੱਕ ਜਿਉਂਦਾ ਸਬੂਤ ਵੇਖਿਆ ਹੈ। ਕਿਹੜਾ? ਪੁਸ਼ਪਾ ਨੇ ਪੁੱਛਿਆ। ਤੁਹਾਡਾ ਮਤਲਬ ਉਸ ਲੜਕੀ ਤੋਂ ਹੈ? ਹਾਂ, ਉਸਦੇ ਪਤੀ ਨੇ ਵਿਸ਼ਵਾਸਘਾਤ ਕੀਤਾ ਸੀ, ਬਹੁਤ ਵੱਡਾ ਵਿਸ਼ਵਾਸਘਾਤ। ਉਹ ਇੱਕ ਮੌਕੇ ਤੇ ਆਪਣੀ ਪਾਰਟੀ ਦੇ ਕੁਝ ਮੈਂਬਰਾਂ ਸਣੇ ਫੜਿਆ ਗਿਆ ਸੀ। ਪੁਲਿਸ ਨੇ ਉਸ ਨੂੰ ਵਾਹਿਦਾ ਮੁਆਫ ਗਵਾਹ ਬਣਾਉਣ ਲਈ ਤਿਆਰ ਕਰ ਲਿਆ, ਪਰ ਆਪਣੀ ਪਾਰਟੀ ਦਾ ਕੋਈ ਭੇਦ ਦੱਸਣ ਤੋਂ ਪਹਿਲਾਂ ਹੀ ਉਸ ਨੂੰ ਵਿਸ਼ਵਾਸਘਾਤ ਦਾ ਬਦਲਾ ਮਿਲ ਗਿਆ। ਉਹਨੂੰ ਕਿਸ ਮਾਰਿਆ? ਬਾਬਾ ਜੀ ਨੇ ਖੀਸੇ ਵਿੱਚੋਂ ਇੱਕ 7 ਗੋਲੀਆਂ ਵਾਲਾ ਰਿਵਾਲਵਰ ਕੱਢ ਕੇ ਉਸ ਨੂੰ ਦਿਖਾਉਂਦਿਆਂ ਕਿਹਾ, ਇਸ ਨੇ। ਪੁਸ਼ਪਾ ਡਰ ਗਈ। ਉਸਦੇ ਸਰੀਰ ਵਿੱਚ ਕਾਂਬਾ ਛਿੜ ਗਿਆ। ਰਿਵਾਲਵਰ ਦੀ ਨਾਲੀ ਉਸ ਨੂੰ ਮੌਤ ਦੀ ਅੱਖ ਵਾਂਗ ਚਮਕਦੀ ਦਿਸੀ। ਉਸਨੇ ਪੁੱਛਿਆ, ਕਿਹੜੇ ਹੱਥ ਨੇ ਉਸ ਦੋਸ਼ੀ ਉੱਤੇ ਫਾਇਰ ਕੀਤਾ ਸੀ? ਬਾਬਾ ਜੀ ਨੇ ਆਪਣਾ ਸੱਜਾ ਹੱਥ ਖੜਾ ਕਰਕੇ ਕਿਹਾ, ਇਹ ਹੱਥ ਹੈ ਜਿਹੜਾ ਬੇਦੋਸ਼ੀਆਂ ਨੂੰ ਜਿਉਂਦਾ ਤੇ ਦੋਸ਼ੀਆਂ ਨੂੰ ਮੁਰਦਾ ਵੇਖਣਾ ਚਾਹੁੰਦਾ ਹੈ। ਪੁਸ਼ਪਾ ਦੇ ਅੰਦਰੋਂ ਇੱਕ ਭਿਆਨਕ ਆਵਾਜ਼ ਉੱਠੀ, ਓ, ਮੈਂ ਕੀ ਵੇਖ ਰਹੀ ਹਾਂ? ਇਨਕਲਾਬੀ ਪਾਰਟੀ ਦਾ ਇੱਕ ਲੀਡਰ, ਲੋਕਾਂ ਦੇ ਖੂਨ ਵਿੱਚ ਹੱਥ ਰੰਗਣ ਵਾਲੀ ਅਨਾਰਕਿਸਟ ਪਾਰਟੀ। ਸ਼ੀਸ਼ੇ, ਮੈਂ ਭੁੱਲ ਕੇ ਵੀ ਅਜਿਹੇ ਖੂਨੀਆਂ ਦਾ ਸਾਥ ਨਹੀਂ ਦਿਆਂਗੀ। ਮੈਂ ਇਹਨਾਂ ਦੇ ਪਰਛਾਵੇਂ ਨੂੰ ਵੀ ਨਫ਼ਰਤ ਕਰਦੀ ਹਾਂ। ਕੀ ਮੈਂ ਇੱਕ ਖੂਨੀ ਦੇ ਸਾਹਮਣੇ ਹਾਂ? ਉਸਨੇ ਦੋਹਾਂ ਹੱਥਾਂ ਨਾਲ ਚਿਹਰਾ ਢੱਕ ਲਿਆ ਤੇ ਉੱਠ ਕੇ ਖੜੀ ਹੋ ਗਈ। ਉਸ ਲਈ ਬਾਬਾ ਜੀ ਦੇ ਸਾਹਮਣੇ ਬੈਠਣਾ ਔਖਾ ਹੋ ਗਿਆ। ਦੇਰ ਹੋ ਗਈ ਏ, ਆਗਿਆ ਦਿਓ, ਕਹਿ ਕੇ ਤੇ ਬਿਨਾਂ ਅੱਗੇ ਵਾਂਗ ਸਿਰ ਝੁਕਾਇਆ ਉਹ ਆਪਣੇ ਰਾਹ ਪੈ ਗਈ। ਪਰ ਬਾਬਾ ਜੀ ਦੀ ਸਥਿਰਤਾ ਵਿੱਚ ਪੁਸ਼ਪਾ ਦੇ ਜਾਨ ਨੇ ਰਤੀ ਜਿੰਨਾ ਵੀ ਫਰਕ ਨਾ ਪਾਇਆ। ਉਹ ਉਸੇ ਤਰ੍ਹਾਂ ਬੈਠੇ ਰਹੇ। ਪੁਸ਼ਪਾ ਕੋਈ 10-15 ਕਦਮਾਂ ਤੇ ਗਈ ਹੋਵੇਗੀ ਕਿ ਉਹਨਾਂ ਨੇ ਉਸੇ ਗੰਭੀਰਤਾ ਨਾਲ ਆਵਾਜ਼ ਦਿੱਤੀ, ਇਹ ਲੈਂਦੀ ਜਾ ਪੁੱਤਰੀ। ਨਾ ਚਾਹੁੰਦੀ ਹੋਈ ਵੀ ਪੁਸ਼ਪਾ ਉਹਨਾਂ ਹੀ ਪੈਰਾਂ ਤੇ ਰੁਕੀ ਤੇ ਬਿਨਾਂ ਕੁਝ ਫੈਸਲਾ ਕੀਤੇ ਮੁੜ ਬਾਬਾ ਜੀ ਦੇ ਕੋਲ ਆ ਗਈ। ਬਾਬਾ ਜੀ ਨੇ ਕੋਟ ਦੀ ਜੇਬ ਚੋਂ ਇੱਕ ਕਿਤਾਬ ਕੱਢ ਕੇ ਉਸਨੂੰ ਦਿੱਤੀ ਤੇ ਇੱਕ ਟਾਈਪ ਕੀਤਾ ਹੋਇਆ ਛੋਟਾ ਜਿਹਾ ਕਾਗਜ਼। ਪੁਸ਼ਪਾ ਨੇ ਇਹਨਾਂ ਦੋਹਾਂ ਚੀਜ਼ਾਂ ਨੂੰ ਨਾਲ ਲੈ ਕੇ ਕੀ ਕੀਤਾ ਹੈ? ਬਿਨਾਂ ਵੇਖਿਆ ਬਾਬਾ ਜੀ ਉੱਠ ਕੇ ਦੂਸਰੇ ਪਾਸੇ ਤੁਰ ਗਏ ਤੇ ਤੁਰੇ ਜਾਂਦਿਆਂ ਬਿਨਾਂ ਪਛਾਣ ਤੱਕਿਆ ਇਤਨਾ ਹੋਰ ਕਹਿੰਦੇ ਗਏ, ਵਿਸ਼ਵਾਸ, ਵਿਸ਼ਵਾਸ। ਅੰਕ 53।
ਪੁਸ਼ਪਾ ਆਪਣੇ ਕਮਰੇ ਵਿੱਚ ਇਕੱਲੀ ਸੀ। ਅੱਜ ਉਸਨੂੰ ਕੱਲ ਹੀ ਚੰਗੀ ਲੱਗਦੀ ਸੀ। ਵਰਕਸ਼ਾਪ ਦੀਆਂ ਮਸ਼ੀਨਾਂ ਦੇ ਚੱਲਣ ਵਾਂਗ ਉਸਦੇ ਦਿਮਾਗ ਵਿੱਚ ਸ਼ੋਰ ਮਚ ਰਿਹਾ ਸੀ। ਉਹ ਨਵੇਕਲੀ ਬੈਠ ਕੇ ਦਿਲ ਦਿਮਾਗ ਦੇ ਸਰੋਲੇ ਵਿੱਚ ਕੋਈ ਨਿਸ਼ਚਿਤ ਸੰਕੇਤ ਲੱਭਣਾ ਚਾਹੁੰਦੀ ਸੀ। ਜਿਸ ਚੀਜ਼ ਨੂੰ ਉਹ ਭੁੱਲ ਜਾਣਾ ਚਾਹੁੰਦੀ ਸੀ ਉਹ ਉਸਦੇ ਸਾਹਮਣੇ ਹਟਦੀ ਨਹੀਂ ਸੀ। ਬਾਬਾ ਜੀ ਦਾ ਆਕਾਰ, ਜਿਸ ਦੀਆਂ ਅੱਖਾਂ ਦਾ ਆਕਰਸ਼ਣ ਤੇ ਚਿਹਰੇ ਦਾ ਜਲਾਲ ਬਦੋ-ਬਦੀ ਉਸਦੇ ਹਿਰਦੇ ਵਿੱਚ ਉਤਰਦਾ ਜਾਂਦਾ ਸੀ। ਉਸਨੇ ਅੱਖਾਂ ਮੀਟੀਆਂ, ਰਜਾਈ ਵਿੱਚ ਮੂੰਹ ਸਿਰ ਲਪੇਟਿਆ, ਪਰ ਨੀਂਦਰ ਕਿੱਥੇ। ਤੇ ਕੁਝ ਚਿਰ ਬਾਅਦ ਉਸਦੀਆਂ ਅੱਖਾਂ ਵੇਖਣ ਲੱਗੀਆਂ ਨਿਹੱਥਿਆਂ ਉੱਤੇ ਡਾਂਗਾ ਪੈਣ ਦਾ ਦ੍ਰਿਸ਼, ਲੋਕਾਂ ਦੀ ਬੇਵਸੀ, ਹਾਹਾਕਾਰ ਤੇ ਤਰਾਹੇ, ਸਿਪਾਹੀਆਂ ਦੀਆਂ ਹੰਕਾਰੀ ਅੱਖਾਂ, ਵਟੀਆਂ ਹੋਈਆਂ ਮੁੱਛਾਂ, ਚਿਹਰੇ ਉੱਤੇ ਰਾਖਸ਼ੀ ਹਾਸਾ। ਉਸ ਦਾ ਦਿਲ ਅੱਧ-ਮੋਏ ਸੱਪ ਵਾਂਗ ਵਲਾਵੇਂ ਖਾਣ ਲੱਗਾ। ਬੇਵਸੀ ਭਰੇ ਕਰੋਧ ਨਾਲ, ਮਾਯੂਸੀ ਭਰੀ ਹਸਰਤ ਨਾਲ ਤੇ ਫਿਰ ਠੰਡੀ ਆਹ ਦੇ ਨਾਲ ਉਸਦੇ ਮੂੰਹੋਂ ਨਿਕਲਿਆ, ਉਹ ਬਦਨਸੀਬ 34 ਕਰੋੜ ਗੁਲਾਮੋ, ਕਾਸ਼ ਅੱਜ ਤੁਸੀਂ ਕਾਸੇ ਜੋਗੇ ਹੁੰਦੇ। ਤੇ ਝੱਟ ਹੀ ਬਾਬਾ ਜੀ ਦੇ ਉਹੀ ਦਿਲ ਚੀਰਵੇਂ, ਦਰਦ ਨਾਲ ਫਟੇ ਹੋਏ ਵਾਕ ਉਸਦੇ ਕੰਨਾਂ ਵਿੱਚ ਗੂੰਜਣ ਲੱਗੇ। ਜੋਸ਼ ਵਿੱਚ ਉੱਭਰ ਕੇ ਉਸਦੇ ਅੰਦਰੋਂ ਨਿਕਲਿਆ, ਉਹ ਠੀਕ ਹੀ ਕਹਿੰਦਾ ਸੀ। ਬਾਬਾ ਜੀ ਦੀਆਂ ਗੱਲਾਂ ਸੁੱਟ ਪਾਣ ਵਾਲੀਆਂ ਨਹੀਂ ਸਨ, ਪਰ ਜਿਉਂ ਹੀ ਉਹ ਸੱਤਾਂ ਗਰਾਹੀਆਂ ਨਾਲ 7 ਆਦਮੀਆਂ ਨੂੰ ਨਿਗਲਣ ਵਾਲਾ ਰਾਖਸ਼ ਉਸਦੇ ਧਿਆਨ ਵਿੱਚ ਆਇਆ, ਉਹ ਕੰਬ ਉੱਠੀ। ਡਰ ਨਾਲ, ਘਬਰਾਹਟ ਨਾਲ ਤੇ ਬੇਚੈਨੀ ਨਾਲ ਉਹ ਮੰਜੇ ਤੋਂ ਉੱਠ ਬੈਠੀ, ਉੱਤਰ ਖੜੋਤੀ ਤੇ ਕਮਰੇ ਵਿੱਚ ਇਸ ਤਰ੍ਹਾਂ ਫਿਰਨ ਲੱਗੀ ਜਿਵੇਂ ਥੋੜੇ ਪਾਣੀ ਵਿੱਚ ਮੱਛੀ। ਥੋੜੇ ਚਿਰ ਪਿੱਛੋਂ ਸ਼ਾਲ ਮੋਢਿਆਂ ਤੇ ਸੁੱਟ ਕੇ ਉਹ ਮੇਜ਼ ਅੱਗੇ ਡੱਠੀ ਹੋਈ ਕੁਰਸੀ ਤੇ ਜਾ ਬੈਠੀ। ਮੇਜ਼ ਉੱਤੇ ਉਹੀ ਕਿਤਾਬ ਸੀ ਜਿਹੜੀ ਥੋੜਾ ਚਿਰ ਪਹਿਲਾਂ ਉਸਨੇ ਮੇਜ਼ ਤੇ ਸੁੱਟੀ ਸੀ। ਪੀਲੇ ਟਾਈਟਲ ਉੱਤੇ ਲਾਲ ਅੱਖਰਾਂ ਵਿੱਚ ਮੇਜ਼ਨੀ ਸ਼ਬਦ ਬਿਜਲੀ ਦੇ ਚਾਨਣ ਵਿੱਚ ਚਮਕ ਰਿਹਾ ਸੀ। ਪੁਸ਼ਪਾ ਦੀ ਇਸ ਉੱਤੇ ਨਜ਼ਰ ਪਈ। ਬੇਦਿਲਾ ਜਿਹਾ ਹੱਥ ਵਧਾ ਕੇ ਉਸਨੇ ਕਿਤਾਬ ਚੁੱਕੀ। ਹੇਠਾਂ ਨੁੱਕਰ ਤੇ ਮਹੀਨ ਅੱਖਰਾਂ ਵਿੱਚ ਛਪਿਆ ਹੋਇਆ ਲੇਖਕ ਦਾ ਨਾਂ ਉਸਦੀ ਨਜ਼ਰੀ ਪਿਆ, ਲਾਲਾ ਲਾਜਪਤ ਰਾਏ। ਹੈਂ, ਇਹ ਉਹਨਾਂ ਦੀ ਲਿਖੀ ਹੋਈ ਹੈ ਜਿਸ ਨੂੰ ਪੁਲਿਸ ਡਾਂਗਾਂ ਦਾ ਸ਼ਿਕਾਰ ਹੋ ਕੇ ਮੌਤ ਦੀ ਗੋਦੀ ਵਿੱਚ ਪਨਾਹ ਲੈਣੀ ਪਈ ਸੀ। ਟਾਈਟਲ ਚੁੱਕਿਆ। ਭੂਮਿਕਾ ਉਸਨੇ ਪੜ੍ਹਨੀ ਸ਼ੁਰੂ ਕੀਤੀ ਤੇ ਖਤਮ ਕਰਨ ਤੋਂ ਪਹਿਲਾਂ ਸਿਰ ਨਾ ਚੁੱਕੀ। ਭੂਮਿਕਾ ਪੜ੍ਹੀ ਗਈ, ਪਰ ਹੁਣ ਕਿਤਾਬ ਕਿਵੇਂ ਛੱਡੀ ਜਾਵੇ। ਸ਼ੁਰੂ ਹੋ ਗਈ, 9:30 ਵਜੇ ਦੀ ਬੈਠੀ ਨੂੰ ਪ੍ਰਭਾਤ ਹੋ ਗਈ। ਕਿਤਾਬ ਖਤਮ ਹੋਈ। ਕਿਤਾਬ ਮੇਜ਼ ਤੇ ਰੱਖ ਕੇ ਉੱਠੀ। ਅਕੜੇਵੇਂ ਨਾਲ ਉਸਦਾ ਸਾਰਾ ਸਰੀਰ ਜੰਮਿਆ ਹੋਇਆ ਸੀ। ਅੱਖਾਂ ਵਿੱਚ ਨੀਂਦਰ ਤੇ ਥਕੇਵੇਂ ਦੀ ਲਹਿਰ ਸੀ, ਪਰ ਦਿਲ ਵਿੱਚ ਸੀ ਇੱਕ ਅਨੋਖਾ ਬਲ, ਅਟੁੱਟ ਉਤਸ਼ਾਹ ਤੇ ਬੇਮਿਸਾਲ ਜ਼ਰੂਰਤ। ਉਹ ਉੱਠੀ, ਮੰਜੇ ਤੇ ਜਾ ਪਈ। ਅੱਖਾਂ ਮੀਟੀਆਂ। ਮੀਟਦਿਆਂ ਹੀ ਉਸਦੀਆਂ ਅੱਖਾਂ ਅੱਗੇ ਇਟਲੀ ਦਾ ਨਕਸ਼ਾ ਸੀ। ਕੱਟਾ ਵੱਢ, ਹਫੜਾ ਦਫੜੀ, ਫੜੋ ਫੜੀ। ਮਤਵਾਲ ਮੇਜ਼ਨੀ ਦੇ ਮੁੱਠੀ ਭਰ ਸਿਰਲੱਥ ਗੱਭਰੂ ਤੇ ਉਹਨਾਂ ਦੀਆਂ ਲਿਸ਼ਕਦੀਆਂ ਤਲਵਾਰਾਂ, ਜਿਨ੍ਹਾਂ ਨੇ ਸਦੀਆਂ ਤੋਂ ਸੁੱਤੇ ਇਟਲੀ ਨੂੰ ਟੁੰਬ ਜਗਾਇਆ। ਉਹਨਾਂ ਦੇ ਆਜ਼ਾਦੀ ਦੇ ਨਾਦ ਨੇ ਹਕੂਮਤ ਦੇ ਕੰਨਾਂ ਦੇ ਚੱਪੇ ਖੋਲ ਦਿੱਤੇ ਤੇ ਸਾਰਾ ਦੇਸ਼ ਪੁਕਾਰ ਉੱਠਿਆ, ਆਜ਼ਾਦੀ, ਆਜ਼ਾਦੀ। ਕਿਤਾਬ ਵਿੱਚ ਪੜਿਆ ਹੋਇਆ ਸਾਰਾ ਮਜ਼ਮੂਨ ਕਾਰਜ ਰੂਪ ਵਿੱਚ ਵੱਟ ਕੇ ਪੁਸ਼ਪਾ ਦੇ ਸਾਹਮਣਿਓਂ ਲੰਘ ਰਿਹਾ ਸੀ। ਕਿਤੇ ਮੇਜ਼ਨੀ ਦੇ ਬੇਸਰੋਂ ਸਮਾਨ ਸਿਪਾਹੀ, ਕਿਤੇ ਉਸਦੀ ਭਾਲ ਵਿੱਚ ਖਲਕਤ ਉੱਤੇ ਘੋੜੇ ਭਜਾਉਂਦੇ ਸਵਾਰ, ਕਿਤੇ ਬੇਦਾਰ ਹੋਈ ਇਟਲੀ ਦੇ ਨਾਅਰੇ, ਕਿਤੇ ਕਮਜ਼ੋਰ ਹੋਈ ਹਕੂਮਤ ਦੇ ਆਖਰੀ ਹੱਲੇ ਤੇ ਸ਼ਿਕਸਤਾਂ। ਇਹ ਸਭ ਕੁਝ ਪੁਸ਼ਪਾ ਨੇ ਵੇਖਿਆ। ਕੁਝ ਚਿਰ ਬਾਅਦ ਉਸਦੀਆਂ ਅੱਖਾਂ ਅੱਗੇ ਹਨੇਰਾ ਨਕਸ਼ਾ ਵੱਟ ਗਿਆ। ਉਸਨੇ ਆਪਣੇ ਆਪ ਨੂੰ ਵੇਖਿਆ ਪਹਾੜ ਦੀ ਇੱਕ ਹਰਿਆਵਲੀ ਚੱਟਾਨ ਉੱਤੇ। ਉਸਦੇ ਹੱਥ ਵਿੱਚ ਇੱਕ ਨੰਗੀ ਤਲਵਾਰ ਸੀ ਤੇ ਦੂਸਰੇ ਵਿੱਚ ਕੌਮੀ ਝੰਡਾ। ਉਸਦੇ ਕੇਸ ਹਵਾ ਵਿੱਚ ਉੱਡ ਰਹੇ ਸਨ ਤੇ ਝੰਡੇ ਦੀ ਪਤਾਕਾ ਫਰਫਰਾਂਦੀ ਹੋਈ ਆਪਣੀ ਗੁਪਤ ਬੋਲੀ ਵਿੱਚ ਦੇਸ਼ ਨੂੰ ਆਜ਼ਾਦੀ ਦਾ ਸੁਨੇਹਾ ਸੁਣਾ ਰਹੀ ਸੀ। ਪੁਸ਼ਪਾ ਦੀ ਸੀਨੇ ਵਿੱਚ ਰਾਣੀ ਝਾਂਸੀ ਦੀ ਰੂਹ ਉਦੇਮਾਨ ਹੋ ਰਹੀ ਸੀ। ਉਸਦੇ ਸਾਹਮਣਿਓਂ ਦੂਰ ਤੀਕ ਲੰਮੀ ਕਿਤਾਰ ਵਿੱਚ ਲੰਘ ਰਹੇ ਸਨ ਆਜ਼ਾਦੀ ਦੇ ਦੀਵਾਨੇ, ਜਿਨ੍ਹਾਂ ਦਾ ਆਗੂ, ਜਿਸ ਦਾ ਨਾਂ ਸੀ ਭਗਤ ਸਿੰਘ, ਗਾਈ ਚਲਾ ਰਿਹਾ ਸੀ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ। ਇਸ ਤੋਂ ਬਾਅਦ ਉਸਨੂੰ ਸੁਣਾਈ ਦੇਣ ਲੱਗੇ, ਭਾਰਤ ਪੁੱਤਰੀ ਦੀ ਜੈ, ਭਾਰਤ ਪੁੱਤਰੀ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਉਸਦੀ ਜਾਗ ਖੁੱਲ ਗਈ। ਦਿਨ ਚੜ ਚੁੱਕਾ ਸੀ। ਹੇਠੋਂ ਬਾਜ਼ਾਰ ਵਿੱਚੋਂ ਸੱਚਮੁੱਚ ਨਾਰਿਆਂ ਦੀ ਆਵਾਜ਼ ਆ ਰਹੀ ਸੀ, ਇਨਕਲਾਬ ਜ਼ਿੰਦਾਬਾਦ। ਉਸਨੇ ਛੇਤੀ ਨਾਲ ਉੱਠ ਕੇ ਬਾਰੀ ਵਿੱਚੋਂ ਦੇਖਿਆ, ਕੋਈ ਕਾਂਗਰਸੀ ਵਲੰਟੀਅਰ ਪੁਲਿਸ ਦੀਆਂ ਹੱਥਕੜੀਆਂ ਵਿੱਚ ਜਾ ਰਿਹਾ ਸੀ। ਉਸਦੇ ਪਿੱਛੇ ਪਿੱਛੇ ਖਲਕਤ ਨਾਰੇ ਲਾਂਦੀ ਤੁਰੀ ਆ ਰਹੀ ਸੀ, ਇਨਕਲਾਬ ਜ਼ਿੰਦਾਬਾਦ। ਤੇ ਵਲੰਟੀਅਰਾਂ ਦਾ ਇੱਕ ਟੋਲਾ ਗਾਉਂਦਾ ਆ ਰਿਹਾ ਸੀ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ। ਪੁਸ਼ਪਾ ਦੀਆਂ ਅੱਖਾਂ ਵਿੱਚ ਖੂਨ ਉਤਰ ਰਿਹਾ ਸੀ। ਗੁਲਾਮ ਹਿੰਦੀ ਦੇ ਹੱਥ ਵਿੱਚ ਛਣਕ ਰਹੀਆਂ ਜ਼ੰਜੀਰਾਂ ਉਸਦੇ ਕਲੇਜੇ ਉੱਤੇ ਪੱਛ ਲਾ ਰਹੀਆਂ ਸਨ। ਫਿਰ ਮਗਰ ਤੁਰਦੇ ਆ ਰਹੇ ਲੋਕਾਂ ਦੀ ਹਾਲਤ ਵੱਲ ਉਸਨੇ ਨਜ਼ਰ ਮਾਰੀ। ਉਸਦੇ ਦਿਲ ਵਿੱਚੋਂ ਹੂਕ ਨਿਕਲੀ, ਇਹ ਕੀ ਤਮਾਸ਼ਾ ਹੈ। ਮੂੰਹੋਂ ਇਨਕਲਾਬ ਦੀਆਂ ਦੁਹਾਈਆਂ ਦਿੰਦੇ ਜਾ ਰਹੇ ਹਨ, ਪਰ ਪੁਸ਼ਪਾ ਇੱਕਦਮ ਬਦਲ ਗਈ। ਬਾਬਾ ਜੀ ਦੇ ਮਿਲਣ ਤੇ ਕਿਤਾਬ ਦੇ ਪੜ੍ਹਨ ਤੋਂ ਪਹਿਲਾਂ
ਉਹ ਜੋ ਕੁਝ ਸੀ ਹੁਣ ਉਹ ਨਹੀਂ ਸੀ ਰਹੀ। ਉਸ ਨੂੰ ਆਪਣੇ ਅੰਦਰ ਚਟਾਨ ਵਰਗੀ ਦ੍ਰਿੜਤਾ ਜਾਪਦੀ ਸੀ। ਬਾਬਾ ਜੀ ਸੰਬੰਧੀ ਜਿਹੜੀ ਨਫ਼ਰਤ ਉਹ ਰਾਤੀ ਦਿਲ ਵਿੱਚ ਲੈ ਕੇ ਘਰ ਆਈ ਸੀ, ਉਹ ਸਤਿਕਾਰ ਵਿੱਚ ਬਦਲ ਚੁੱਕੀ ਸੀ। ਇਹੋ ਹੀ ਨਹੀਂ, ਬਾਬਾ ਜੀ ਦੇ ਦਰਸ਼ਨਾਂ ਲਈ ਉਹ ਵਿਆਕੁਲ ਹੋ ਉੱਠੀ। ਪਰ ਮੈਂ ਉਹਨਾਂ ਦਾ ਪਤਾ ਟਿਕਾਣਾ ਕਿਉਂ ਨਾ ਪੁੱਛਿਆ। ਇਸ ਖਿਆਲ ਦੇ ਨਾਲ ਹੀ ਉਸਨੂੰ ਕਾਗਜ਼ ਦੇ ਟੁਕੜੇ ਦਾ ਚੇਤਾ ਆ ਗਿਆ ਜਿਹੜਾ ਬਾਬਾ ਜੀ ਜਾਂਦੇ ਹੋਏ ਉਸਨੂੰ ਫੜਾ ਗਏ ਸਨ। ਉਸਨੇ ਝਟਪਟ ਕਾਗਜ਼ ਕੱਢ ਕੇ ਪੜ੍ਹਨਾ ਸ਼ੁਰੂ ਕੀਤਾ। ਖੁਸ਼ੀ ਨਾਲ ਉਸਦਾ ਦਿਲ ਛਿੜ ਗਿਆ। ਉਸ ਉੱਤੇ ਬਾਬਾ ਜੀ ਦਾ ਪਤਾ ਟਿਕਾਣਾ ਦਰਜ ਸੀ, ਕੋਠੀ ਨੰਬਰ 304 ਮੈਕਲੋਡ ਰੋਡ। ਧੰਨਵਾਦ।